ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਅਵਰ ਸ਼ੋ। ਥੈਂਕ ਯੂ ਵੈਰੀ ਮਚ। ਜੀ ਡਾਕਟਰ ਸਾਹਿਬ, ਤੁਹਾਡਾ ਵੀਕਐਂਡ ਕਿਸ ਤਰ੍ਹਾਂ ਰਿਹਾ ਤੇ ਸਾਡੇ ਦਰਸ਼ਕਾਂ ਨੂੰ ਦੱਸੋ। ਦੇਖੋ, ਵੈਸੇ ਤਾਂ ਹਰ ਵੀਕਐਂਡ ਹੀ ਕਿਤੇ ਨਾ ਕਿਤੇ ਕੋਈ ਨਾ ਕੋਈ ਰੁਝੇਵਾਂ ਹੁੰਦਾ ਹੈ, ਪਰ ਇਸ ਵੀਕਐਂਡ ਦੀ ਜਿਹੜੀ ਖਾਸੀਅਤ ਸੀ ਉਹ ਇਹ ਸੀ ਕਿ ਅਮਰੀਕਾ ਦੇ ਸਿੱਖਾਂ ਦਾ ਸਭ ਤੋਂ ਵੱਡਾ ਇਕੱਠ ਜਿਹੜਾ ਕਿ ਹਰ ਵਾਰ ਨਵੰਬਰ ਦੇ ਪਹਿਲੇ ਵੀਕਐਂਡ ਐਤਵਾਰ ਨਗਰ ਕੀਰਤਨ ਦੇ ਰੂਪ 'ਚ ਗੁਰੂ ਗ੍ਰੰਥ ਸਾਹਿਬ ਗੁਰਗੱਦੀ ਦਿਵਸ ਨੂੰ ਸਮਰਪਿਤ ਇਹ ਨਗਰ ਕੀਰਤਨ ਹੁੰਦਾ ਹੈ ਜੀ। ਸੋ ਲਗਾਤਾਰਤਾ ਨਾਲ ਇਹ ਉਹਨਾਂ ਦੀ 34ਵੀਂ ਸਾਲਾਨਾ ਨਗਰ ਕੀਰਤਨ ਜਿਸ ਨੂੰ ਪੈਰੇਡ ਵੀ ਸਿੱਖ ਡੇ ਪੈਰੇਡ ਵੀ ਕਹਿੰਦੇ ਨੇ ਉਹ ਸੀ ਜੀ। ਔਰ 1 ਲੱਖ ਤੋਂ ਜ਼ਿਆਦਾ ਸਿੱਖ ਸੰਗਤਾਂ ਦੀ ਪਾਰਟਿਸਿਪੇਸ਼ਨ ਸੀ। ਦੁਨੀਆ ਭਰ ਤੋਂ ਸਿੱਖਾਂ ਦੇ ਨੁਮਾਇੰਦੇ ਆਏ ਹੁੰਦੇ ਨੇ ਜੀ। 25 ਤੋਂ ਜ਼ਿਆਦਾ ਫਲੋਟ ਜਿਹੜੇ ਕਿ ਉਸ ਇਲਾਕੇ ਦੇ ਅੱਡ-ਅੱਡ ਗੁਰਦੁਆਰਿਆਂ ਵੱਲੋਂ ਜਿਹੜੇ ਨੇ ਸੁਭਾਇਮਾਨ ਹੁੰਦੇ ਨੇ ਜੀ ਜੀ। ਔਰ ਇਸ ਦੇ ਨਾਲ ਸੰਗਤ ਦੇ ਵਿੱਚ ਸੇਵਾ ਦਾ ਚਾਅ, ਕਿਉਂਕਿ ਯੂਬਾ ਸਿਟੀ ਉਹ ਬੈਲਟ ਹੈ ਜਿੱਥੇ ਸਭ ਤੋਂ ਪਹਿਲਾਂ ਅੱਜ ਤੋਂ ਲਗਭਗ 100 ਸਾਲ ਪਹਿਲਾਂ ਸਿੱਖ ਆਏ। ਸੈਂਟਰਲ ਕੈਲੀਫੋਰਨੀਆ, ਫਰੈਜ਼ਨੋ, ਐਲ ਸੈਂਟਰੋ, ਯੂਬਾ ਸਿਟੀ, ਮੈਰਿਸਵਿਲ, ਉੱਪਰ ਬੇਕਰਫੀਲਡ, ਸੈਲਮਾ ਤੱਕ ਜੀ। ਸੋ ਤੁਸੀਂ ਉਸ ਪੇਂਡੂ ਸਿੱਖ ਸਮਾਜ ਦੀ ਪ੍ਰਾਹੁਣਚਾਰੀ ਦਾ ਆਨੰਦ ਮਾਣਦੇ ਹੋ ਜੀ। ਔਰ ਬਹੁਤ ਵਾਰ ਜਿਹੜੇ ਪਹਿਲੀ ਵਾਰ ਆਉਂਦੇ ਨੇ ਉਹਨਾਂ ਦਾ ਇਹ ਕਾਮੈਂਟ ਹੁੰਦਾ ਹੈ ਕਿ ਇੱਥੇ ਜਿਵੇਂ ਅਨੰਦਪੁਰ ਸਾਹਿਬ ਦੇ ਹੋਲੇ ਮਹੱਲੇ ਦੇ ਮੌਕੇ ਦੇ ਉੱਤੇ ਜਿਸ ਕਿਸਮ ਦੀ ਖੁੱਲ੍ਹ ਡੁੱਲ ਬਾਹਰ ਖੇਤ ਔਰ ਸੰਗਤ ਦਾ ਸੇਵਾ ਦਾ ਚਾਅ ਹੁੰਦਾ ਉਹ ਮਹਿਸੂਸ ਕੀਤਾ ਜਾਂਦਾ ਜੀ। ਸੋ ਇਸ ਵਾਰ ਵੀ ਬੇਸ਼ੱਕ ਥੋੜ੍ਹੀ ਜਿਹੀ ਹਵਾ ਜ਼ਿਆਦਾ ਸੀ ਇੱਕ ਦਿਨ ਪਹਿਲਾਂ ਜੀ, ਉਸ ਦਿਨ ਵੀ ਰਹੀ, ਲੇਕਿਨ ਸੰਗਤਾਂ ਵਿਚਲੀ ਸ਼ਰਧਾ ਉਤਸ਼ਾਹ ਉਸ ਦਾ ਜਿਹੜਾ ਹੈ ਉਹ ਕੋਈ ਜਵਾਬ, ਜਿਹਨੂੰ ਲਾਜਵਾਬ ਅਸੀਂ ਕਹਿੰਦੇ ਹਾਂ, ਉਹੀ ਕਿਹਾ ਜਾ ਸਕਦਾ। ਔਰ ਲਗਭਗ ਸਾਰੇ ਟੀਵੀ ਚੈਨਲ ਪ੍ਰਮੁਖਤਾ ਨਾਲ ਇਸ ਨੂੰ ਕਵਰ ਕਰਦੇ ਨੇ ਜੀ। ਲਗਭਗ 4 ਮੀਲ ਦਾ ਉਹ ਰਾਊਂਡ ਹੁੰਦਾ ਜਿਸ ਦੇ ਵਿੱਚ ਨਗਰ ਕੀਰਤਨ ਮਾਰਚ ਕਰਦੇ ਜੀ। ਉਸ ਤੋਂ ਇੱਕ ਦਿਨ ਪਹਿਲਾਂ ਵੀ, ਹਾਲਾਂ ਸਟੇਜ ਤਾਂ ਲਗਭਗ 2-3 ਹਫ਼ਤੇ ਪਹਿਲਾਂ ਤੋਂ ਦੀਵਾਨ ਸਜਦੇ ਨੇ, ਦੂਰੋਂ ਦੂਰੋਂ ਰਾਗੀ ਜੱਥੇ, ਪ੍ਰਚਾਰਕ, ਵਿਦਵਾਨ ਔਰ ਸੈਮੀਨਾਰ ਹੁੰਦੇ ਨੇ ਜੀ। ਲੇਕਿਨ ਇਹ ਗੱਲ ਰਿਮਾਰਕੇਬਲ ਹੈ ਕਿ ਯੂਬਾ ਸਿਟੀ ਦਾ ਇਹ ਨਗਰ ਕੀਰਤਨ, ਇਹਦੇ ਬਾਵਜੂਦ ਕਿ ਹਿੰਦੁਸਤਾਨ ਦੀ ਹਕੂਮਤ ਨੇ ਪਿਛਲੇ ਸਾਲਾਂ 'ਚ ਯਤਨ ਕੀਤਾ ਕਿ ਬਾਹਰਲੇ ਸਿੱਖਾਂ ਦੇ ਵਿੱਚੋਂ ਇਨਫਿਲਟਰੇਟ ਕਰਨ, ਕਈ ਵਾਰ ਹਨੇਰੇ ਸਵੇਰੇ ਕੌਂਸਲੇਟ ਜਾਂ ਉਹਨਾਂ ਦੀ ਐਮਬੈਸੀ ਦਾ ਕੋਈ ਨਾ ਕੋਈ ਬੰਦਾ ਜਿਹੜੇ ਝੋਲੀ ਚੁੱਕ ਪ੍ਰਬੰਧਕ ਨੇ ਜੀ, ਉਹ ਸੱਦ ਵੀ ਲੈਂਦੇ ਨੇ। ਇਸ ਵਾਰ ਵੀ ਇਹ ਯਤਨ ਸੀ ਕਿ 4-5 ਦਿਨ ਪਹਿਲਾਂ ਜਿਹੜਾ ਨੰਬਰ 2 ਬੰਦਾ ਹੈ ਡਿਪਟੀ ਮਿਸ਼ਨ ਦਾ ਇੰਚਾਰਜ ਇੰਡੀਅਨ ਮਿਸ਼ਨ ਦਾ ਵਾਸ਼ਿੰਗਟਨ 'ਚੋਂ, ਉਸ ਨੂੰ ਕਿਤੇ ਸੱਦਿਆ ਹੋਇਆ ਸੀ ਜਿਹਦੀ ਖਬਰ ਵੀ ਅਖਬਾਰਾਂ 'ਚ ਲੱਗ ਗਈ। ਸੋ ਇਸ ਗੱਲ ਨੂੰ ਯਕੀਨੀ ਬਣਾਉਂਦੇ ਆ ਸਾਡੀਆਂ ਪੰਥਕ ਧਿਰਾਂ ਨੇ, ਜਿਨ੍ਹਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਸਿੱਖ ਯੂਥ ਆਫ ਅਮਰੀਕਾ ਔਰ ਇੰਡੀਵਿਜੂਅਲ ਪੰਥਕ ਐਕਟਿਵਿਸਟ ਨੇ, ਐਤਕੀ ਬੜੀ ਵੱਡੀ ਗਿਣਤੀ ਦੇ ਵਿੱਚ ਉਹਨਾਂ ਨੇ ਉੱਥੇ ਸ਼ਮੂਲੀਅਤ ਕੀਤੀ। ਆਪਣਾ ਫਲੋਟ ਵੀ ਸੀ ਜੀ। ਔਰ ਸਵੇਰ ਦੇ ਦੀਵਾਨ 'ਚ ਜਦੋਂ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਦੀਵਾਨ ਹਾਲ 'ਚ ਸ਼ੋਭਤ ਹੁੰਦੀਆਂ ਨੇ ਜੀ, ਉਸ ਦੇ ਵਿੱਚ ਲਗਭਗ 20 ਮਿੰਟ ਮੈਂ ਸੰਗਤ ਨੂੰ ਸੰਬੋਧਨ ਕੀਤਾ। ਔਰ ਮੈਂ ਸਪਸ਼ਟਤਾ ਦੇ ਨਾਲ ਕਿਹਾ ਵੀ ਇਹ ਜਿਹੜੀ ਹਿੰਦੁਸਤਾਨ ਦੀ ਹਕੂਮਤ ਦੇ ਯਤਨ ਨੇ ਸਾਡੇ ਗੁਰਦੁਆਰਿਆਂ 'ਚ ਔਰ ਪ੍ਰਮੁੱਖ ਇਕੱਠਾਂ 'ਚ ਸ਼ਮੂਲੀਅਤ ਕਰਨ ਦੇ ਔਰ ਇਹ ਪ੍ਰਭਾਵ ਦੇਣ ਦੇ ਕਿ ਸਿੱਖ, ਬਾਹਰਲੇ ਸਿੱਖ ਵੀ ਹੁਣ ਖਾਲਿਸਤਾਨ ਨਾਲ ਨਹੀਂ ਜੁੜੇ ਹੋਏ। ਔਰ ਖ਼ਾਸ ਤੌਰ 'ਤੇ ਬਾਦਲ ਦਲੀਏ ਜਿਹੜੇ ਨੇ ਉਹ ਅੱਜ ਕੱਲ੍ਹ ਹੱਥ ਠੋਕੇ ਬਣੇ ਹੋਏ ਨੇ। ਉੱਥੇ ਵੀ ਪੰਜਾਬ 'ਚ ਪ੍ਰਕਾਸ਼ ਸਿੰਘ ਬਾਦਲ ਉਸ ਕੁਹਾੜੀ ਦਾ ਦਸਤਾ ਹੈ ਜਿਹੜੀ ਕੁਹਾੜੀ ਆਪਣਿਆਂ ਦਾ ਘਾਣ ਕਰ ਰਹੀ ਜੀ। ਸੋ ਇਸ ਵਾਰ ਵੀ ਇਹ ਯਤਨ ਉਹਨਾਂ ਦੇ ਜਿਹੜੇ ਵਿੱਚ ਵੜੇ ਹੋਏ ਮੈਨੇਜਮੈਂਟ ਕਮੇਟੀ ਦੇ ਕੁਝ ਲੋਕ ਸੀ ਇਸ ਕਿਸਮ ਦੀ ਸ਼ਰਾਰਤ ਕਰਨ ਦਾ ਯਤਨ ਕੀਤਾ। ਔਰ ਅਸੀਂ ਇਸ ਸਪਸ਼ਟਤਾ ਦੇ ਨਾਲ ਸੰਗਤ ਨੂੰ ਕਿਹਾ ਵੀ ਇੱਕ ਵਾਰੀ ਤੁਸੀਂ ਨਿਬੇੜਾ ਕਰ ਦਿਓ ਜੀ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰਿਆਂ ਨਾਲ ਕਿ ਸਿੱਖ ਬਾਹਰਲੇ ਕੀ ਚਾਹੁੰਦੇ ਨੇ। ਸੋ ਆਕਾਸ਼ ਗੁੰਜਾਓ ਨਾਅਰਿਆਂ ਦੇ ਨਾਲ ਜਿਹੜਾ ਇਸ ਨੂੰ ਅਪਰੂਵ ਕੀਤਾ ਸੰਗਤ ਨੇ ਜੀ। ਵੀਰ ਹਰਪ੍ਰੀਤ ਸਿੰਘ ਸੰਧੂ ਜਿਹੜੇ ਕਿ ਡੈਮੋਕ੍ਰੈਟਿਕ ਡੈਲੀਗੇਟ ਵੀ ਨੇ, ਇਹਨਾਂ ਨੇ ਉਦਮ ਕਰਕੇ ਇਸ ਵਾਰ 2 ਪ੍ਰਮੁੱਖ ਕਾਂਗਰਸਮੈਨ ਗਰਮੰਡੀ ਔਰ ਆਮੀ ਬਹਿਰਾ ਉਹਨਾਂ ਨੇ ਸ਼ਮੂਲੀਅਤ ਕੀਤੀ। ਉਹਨਾਂ ਨੇ ਐਡਰੈਸ ਵੀ ਕੀਤਾ ਸੰਗਤ ਨੂੰ। ਨਿਊਯਾਰਕ ਸਿਟੀ ਮੇਅਰ ਔਰ ਸਾਰਿਆਂ ਵੱਲੋਂ ਪ੍ਰੋਕਲੇਮੇਸ਼ਨ ਸੀ। ਔਰ ਖ਼ਾਸ ਤੌਰ 'ਤੇ ਅਮਰੀਕਨ ਸਿੱਖ ਕਾਂਗਰੈਸ਼ਨਲ ਕਾਕਸ ਦੀ ਜਿਹੜੀ ਚੇਅਰਪਰਸਨ ਹੈ ਜੂਡੀ ਚੋ ਔਰ ਰਿਪਬਲਿਕਨ ਕੋ ਚੇਅਰ, ਉਹਨਾਂ ਵੱਲੋਂ ਵੀ ਇੱਕ ਜਿਹੜੀ ਹੈ ਸਪੈਸ਼ਲ ਪ੍ਰੋਕਲੇਮੇਸ਼ਨ ਭੇਜੀ ਗਈ ਜਿਹੜੀ ਕਿ ਇਸ ਮੌਕੇ ਦੇ ਉੱਤੇ ਪੜ੍ਹੀ ਗਈ ਜੀ। ਇਸ ਤੋਂ ਇਲਾਵਾ ਯੂਨਾਈਟਿਡ ਸਿੱਖਸ ਜਥੇਬੰਦੀ ਨੇ ਵੀ ਆਪਣਾ ਇਸ ਵਾਰ ਜਿਵੇਂ ਰੈੱਡ ਕਰਾਸ ਵਾਲੇ ਬਕਟਸ ਦੇ ਵਿੱਚ
ਛੋਟੀ ਛੋਟੀ ਕਲੈਕਸ਼ਨ ਕਰਦੇ ਨੇ ਹਿਊਮੈਨਿਟੇਰੀਅਨ ਕੰਮ ਲਈ। ਜੀ ਇਹਨਾਂ ਨੇ ਵੀ ਆਪਣਾ ਬੜੇ ਚੰਗੇ ਢੰਗ ਦੇ ਨਾਲ ਇਸ ਨਗਰ ਕੀਰਤਨ 'ਚ ਜਿਹੜਾ ਇਨਸਾਨੀ ਭਲਾਈ ਭਾਈ ਕਨ੍ਹਈਆ ਦਾ ਸੁਨੇਹਾ ਜੀ ਉਹ ਦਿੱਤਾ ਹੈ। ਬਾਕੀ ਮੈਂ ਇਹ ਜ਼ਰੂਰ ਰਿਕਮੈਂਡ ਕਰਾਂਗਾ ਵੀ ਜਿਹੜੇ ਵੀ ਵੀਰ ਭੈਣਾਂ ਅਮਰੀਕਾ ਦੇ ਕਿਸੇ ਵੀ ਖਿੱਤੇ ਜਾਂ ਕੈਨੇਡਾ 'ਚ ਰਹਿੰਦੇ ਨੇ ਉਹ ਮਾਰਕ ਕਰ ਲੈਣ ਜਿਹੜਾ ਪਹਿਲਾ ਸੰਡੇ ਹੈ, ਪਹਿਲਾ ਵੀਕਐਂਡ ਨਵੰਬਰ ਦਾ ਅਗਲੇ ਸਾਲ ਲਈ ਵੀ, ਕਿਉਂਕਿ ਇਹ ਇੱਕ ਵਰਥ ਵਿਜ਼ਿਟਿੰਗ ਹੁੰਦਾ ਹੈ ਔਰ ਇੱਕ ਉਹਦੀ ਆਪਣੀ ਤੌਰ ਦੇ ਉੱਤੇ ਇਸ ਨਗਰ ਕੀਰਤਨ ਦਾ ਪ੍ਰਭਾਵ ਹੈ। ਭਾਵੇਂ ਨਗਰ ਕੀਰਤਨ ਹਰ ਥਾਂ ਨਿਕਲਦੇ ਨੇ, ਆਉਂਦੇ ਸੈਚਰਡੇ ਗੁਰਦੁਆਰਾ ਬਾਬਾ ਮੱਖਣ ਸ਼ਾਹ ਲੋਬਾਣਾ ਸਿੱਖ ਸੈਂਟਰ ਵੱਲੋਂ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਦਿਵਸ ਨੂੰ ਸਮਰਪਿਤ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ। ਸਾਨੂੰ ਉਹਦੇ 'ਚ ਪਾਰਟਿਸਿਪੇਟ ਕਰਨ ਦਾ ਸੱਦਾ ਹੈ ਤੇ ਨਿਰੰਕਾਰ ਨੇ ਚਾਹਿਆ ਅਸੀਂ ਜ਼ਰੂਰ ਪਾਰਟਿਸਿਪੇਟ ਕਰਾਂਗੇ। ਪਰ ਯੂਬਾ ਸਿਟੀ ਵਾਲੇ ਇਸ ਨਗਰ ਕੀਰਤਨ ਦੀ ਜਿਹੜੀ ਹੈ ਇੱਕ ਆਪਣੀ ਅਹਿਮੀਅਤ ਹੈ। ਔਰ ਇਹ ਗੱਲ ਜਿਹੜਾ ਇੱਕ ਟੀਵੀ ਚੈਨਲ ਨਾਲ ਇੰਟਰਵਿਊ ਦੇ ਵਿੱਚ ਮੈਂ ਕਹੀ ਕਿ ਜਦੋਂ ਇਹ 1979 ਦੇ ਵਿੱਚ ਇਹ ਪਹਿਲੀ ਪੈਰੇਡ ਉਹਨਾਂ ਨੇ ਕੱਢੀ ਹੈ, ਸੋ ਜ਼ਾਹਰ ਹੈ ਵੀ ਇਹ ਪ੍ਰਬੰਧਕਾਂ ਦੀ ਬੜੀ ਦੂਰ ਅੰਦੇਸ਼ੀ ਸੀ ਕਿ 1978 'ਚ ਨਰਕਧਾਰੀਆਂ ਨੇ 13 ਸਿੰਘਾਂ ਨੂੰ ਸ਼ਹੀਦ ਕੀਤਾ ਸੀ, ਸ਼ਹੀਦ ਭਾਈ ਫੌਜਾ ਸਿੰਘ ਤੇ ਉਹਨਾਂ ਦੇ ਸਾਥੀ ਸ੍ਰੀ ਅੰਮ੍ਰਿਤਸਰ ਜੀ ਸ਼ਹਿਰ ਦੇ ਅੰਦਰ ਵਿਸਾਖੀ ਵਾਲੇ ਦਿਨ। ਸੋ ਜਿਹੜੇ ਉੱਥੋਂ ਦੇ ਸਿਆਣੇ ਪ੍ਰਬੰਧਕ ਹੋਣਗੇ, ਬਜ਼ੁਰਗ ਸਿੱਖ ਸਨ, ਉਹਨਾਂ ਨੇ ਕਿਹਾ ਵੀ ਇਸ ਗੱਲ ਦੇ ਉੱਤੇ ਨਗਰ ਕੀਰਤਨ ਹਰ ਥਾਂ ਨਿਕਲਦੇ ਨੇ ਗੁਰੂ ਸਾਹਿਬ ਦੇ ਪ੍ਰਕਾਸ਼ ਦਿਵਸ ਨਾਲ ਸੰਬੰਧਿਤ ਵੀ, ਪਰ ਉਹਨਾਂ ਨੇ ਕਿਹਾ ਵੀ ਇਹ ਨਗਰ ਕੀਰਤਨ ਗੁਰੂ ਗ੍ਰੰਥ ਸਾਹਿਬ ਗੁਰਗੱਦੀ ਦਿਵਸ ਦੇ ਉੱਤੇ ਫੋਕਸ ਹੋਏ ਤਾਂ ਕਿ ਸਿੱਖ ਇਹ ਬਾਰ-ਬਾਰ ਹਰ ਸਾਲ ਯਾਦ ਕਰਨ, ਜਿਹੜਾ ਅਸੀਂ ਪੜ੍ਹਦੇ ਵੀ ਹਾਂ ਕਿ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਸੋ ਜਿਹੜੀ ਸ਼ੁਰੂਆਤ ਉਹਨਾਂ ਨੇ ਕੀਤੀ, ਅੱਜ ਲੱਖ ਸਵਾ ਲੱਖ ਸਿੱਖ ਜਿਹੜੇ ਨੇ ਉਹ ਇਕੱਠੇ ਹੋ ਕੇ ਉਸ ਦਿਨ ਨੂੰ ਸੈਲੀਬ੍ਰੇਟ ਕਰਦੇ ਨੇ। ਸੋ ਥਕਾਣ ਵਾਲੀ ਟ੍ਰਿਪ ਹੁੰਦੀ ਹੈ ਜਾਣਾ ਆਉਣਾ, ਔਰ ਇਹੀ ਕਾਰਨ ਸੀ ਕਿ ਕੱਲ ਸਾਡੀਆਂ ਫਲਾਈਟਸ ਲੇਟ ਸੀ ਵਾਪਸੀ ਤੇ, ਔਰ ਇਸ ਕਰਕੇ ਕੱਲ ਦਾ ਪ੍ਰੋਗਰਾਮ ਅਸੀਂ ਲਾਈਵ ਨਹੀਂ ਕਰ ਸਕੇ। ਇਸ ਦੇ ਲਈ ਖਿਮਾ ਵੀ ਚਾਹਾਂਗੇ ਔਰ ਬਹੁਤ ਅਸੀਂ ਆਪਣੇ ਦਰਸ਼ਕਾਂ ਤੋਂ ਮੁਆਫੀ ਵੀ ਮੰਗ ਸਕਦੇ ਹਾਂ, ਉਹਨਾਂ ਦਾ ਧੰਨਵਾਦ ਵੀ ਕਰਦੇ ਹਾਂ ਕਿ ਉਹ ਜਦੋਂ ਵੀ ਕੋਈ ਪ੍ਰੋਗਰਾਮ ਮਿਸ ਹੁੰਦਾ ਹੈ ਫਿਰ ਕਾਲਾਂ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਵੀ ਕਿੱਥੇ ਚਲੇ ਗਏ ਹੋ। ਮਿਸ ਕਰਦੇ ਹਾਂ ਤੁਹਾਨੂੰ। ਸਾਨੂੰ ਲੱਗਦਾ ਹੈ ਕਿ ਵੀ ਚਲੋ ਪ੍ਰੋਗਰਾਮ ਨੂੰ ਵੀਰ ਭੈਣਾਂ ਸਾਡੇ ਦੇਖਦੇ ਨੇ। ਔਰ ਇਸ ਨਗਰ ਕੀਰਤਨ 'ਚ ਵੀ ਮੈਂ ਅੱਜ ਹੀ ਬਾਹਰ ਸਟੂਡੀਓ ਦੇ ਗੱਲਬਾਤ ਕਰ ਰਿਹਾ ਸੀ ਕਿ ਜਦੋਂ ਤੁਸੀਂ ਵਾਕ ਕਰ ਰਹੇ ਹੋ ਤੇ ਤੁਹਾਨੂੰ ਦਰਜਨਾਂ ਨੌਜਵਾਨ ਵੀਰ ਜਾਂ ਭੈਣਾਂ ਆ ਕੇ ਮਿਲਦੇ ਨੇ, ਅੱਗੋਂ ਦੀ ਆ ਕੇ ਫਤਿਹ ਬੁਲਾ ਕੇ, ਜੇ ਅਸੀਂ ਤੁਹਾਨੂੰ ਟੀਵੀ 84 ਤੇ ਦੇਖਦੇ ਸੋ ਬਹੁਤ ਸਾਰੀ ਯੰਗਰ ਜਨਰੇਸ਼ਨ ਵਾਲਿਆਂ ਨੇ ਇਹ ਜੈਸਚਰ ਵੀ ਦਿੱਤਾ ਹੈ, ਜਿਸ ਤੋਂ ਸਾਨੂੰ ਵੀ ਉਤਸ਼ਾਹ ਮਿਲਦਾ ਹੈ ਕਿ ਵੀ ਜੋ ਅਸੀਂ ਕਰ ਰਹੇ ਘੱਟੋ ਘੱਟ ਇਸ ਨੂੰ ਐਡਮਾਇਰ ਕਰਨ ਵਾਲੇ ਜਾਂ ਇਸ ਤੋਂ ਫਾਇਦਾ ਲੈਣ ਵਾਲੇ ਸਾਡੇ ਵੀਰ ਭੈਣਾਂ ਜਿਹੜੇ ਨੇ ਇਸ ਦੀ ਸ਼ਲਾਘਾ ਕਰਦੇ ਨੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਅੱਜ 5 ਨਵੰਬਰ 2013 20 ਕੱਤਕ ਨਾਨਕਸ਼ਾਹੀ ਸੰਮਤ 545 ਦਾ ਦਿਨ ਹੈ ਤੇ ਹੁਣ ਅਸੀਂ ਆਪਣੇ ਦਰਸ਼ਕਾਂ ਨੂੰ ਆਈਆਂ ਈਮੇਲਸ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਸਾਡੀ ਪਹਿਲੀ ਈਮੇਲ ਆਈ ਹੈ ਲੰਡਨ ਤੋਂ ਵੀਰ ਕੁਲਦੀਪ ਸਿੰਘ ਜੀ ਦੀ। ਇਹਨਾਂ ਨੇ ਆਪਣੀ ਲਿਖਤ ਦੇ ਨਾਲ ਇੱਕ ਅਖਬਾਰ ਵਿੱਚ ਛਪੀ ਖਬਰ ਦੀ ਫੋਟੋਕਾਪੀ ਵੀ ਭੇਜੀ ਹੈ। ਇਸ ਖਬਰ ਅਨੁਸਾਰ ਪੰਜਾਬ ਦੇ ਮੁੱਖ ਮੰਤਰੀ ਬਾਦਲ ਨੇ ਪ੍ਰਵਾਸੀ ਮਜ਼ਦੂਰਾਂ ਨੂੰ ਮੁਫਤ ਘਰ ਬਣਾ ਕੇ ਦੇਣ, ਰਾਸ਼ਨ ਕਾਰਡ ਅਤੇ ਮੁਫਤ ਆਟਾ ਦਾਲ ਸਕੀਮ ਵਿੱਚ ਸ਼ਾਮਲ ਕਰਨ ਦਾ ਐਲਾਨ ਕੀਤਾ ਹੈ। ਸਰਦਾਰ ਕੁਲਦੀਪ ਸਿੰਘ ਲਿਖਦੇ ਹਨ, ਡਾਕਟਰ ਸਾਹਿਬ, ਪੰਜਾਬ ਵਿੱਚ ਕੀ ਹੋ ਰਿਹਾ ਹੈ? ਬਾਦਲ ਪੰਜਾਬ ਨੂੰ ਇੱਕ ਹਿੰਦੂਆਂ ਦਾ ਦੇਸ਼ ਬਣਾ ਰਿਹਾ ਹੈ ਜਿਸ ਦਾ ਨਾਂ ਭਈਆਸਤਾਨ ਹੋਵੇਗਾ। ਭਾਰਤੀ ਏਜੰਸੀਆਂ ਪੰਜਾਬ ਵਿੱਚ ਸਿੱਖਾਂ ਨੂੰ ਘੱਟ ਗਿਣਤੀ ਬਣਾ ਰਹੀਆਂ ਹਨ। ਇਹ ਸਭ ਵੇਖ ਸੁਣ ਕੇ ਰੋਣਾ ਆਉਂਦਾ ਹੈ। ਜੀ ਡਾਕਟਰ ਸਾਹਿਬ। ਵੀਰ ਕੁਲਦੀਪ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਫੌਰਨ ਇਸ ਖਬਰ ਦੇ ਉੱਤੇ ਸਾਨੂੰ ਆਪਣੀ ਟਿੱਪਣੀ ਭੇਜੀ। ਜੀ ਹੋਰ ਵੀ ਬਹੁਤ ਸਾਰੇ ਵੀਰਾਂ ਨੇ ਭੈਣਾਂ ਨੇ ਕਾਲਾਂ ਕੀਤੀਆਂ ਨੇ ਜੀ, ਔਰ ਇਸ ਡਿਵੈਲਪਮੈਂਟ ਦੇ ਉੱਤੇ ਦਲ ਖਾਲਸਾ ਨੇ ਇੱਕਦਮ ਜਿਹੜੀ ਹੈ ਬੜੀ ਅੱਛੀ ਸਟੇਟਮੈਂਟ ਜਾਰੀ ਕੀਤੀ ਹੈ ਜਿਹੜੀ ਕਿ ਸਿੱਖ ਭਾਵਨਾਵਾਂ ਦੀ ਤਰਜਮਾਨੀ ਕਰਦੀ ਹੈ ਜੀ। ਔਰ ਕੁਦਰਤੀ ਕਿਉਂਕਿ ਮੈਂ ਕੱਲ ਰਾਤ ਮਿਡਨਾਈਟ ਤੋਂ ਬਾਅਦ ਹੀ ਪਹੁੰਚਿਆ, ਸੋ ਮੇਰੀ ਇਸ ਹਫਤੇ ਦੀ ਲਿਖਤ ਟਿਊਜ਼ਡੇ ਦੀ ਜਿਹੜੀ ਕਿ ਚੜ੍ਹਦੀ ਕਲਾ 'ਚ ਖਾਲਿਸਤਾਨ ਕਾਲਿੰਗ ਥੱਲੇ ਔਰ ਬਾਕੀ ਪੰਜਾਬੀ ਡੇਲੀ, ਫਤਿਹਨਾਮਾ, ਜਾਗਰਤੀ, ਪੰਜਾਬ ਟਾਈਮ, ਸਾਰੀਆਂ ਪਬਲੀਕੇਸ਼ਨ, ਪੰਜਾਬ ਗਾਰਡੀਅਨ, ਅਕਾਲ ਗਾਰਡੀਅਨ ਉਹਨੂੰ ਕੈਰੀ ਕਰਦੇ ਨੇ ਜੀ। ਸੋ ਉਹਦਾ ਵੀ ਮੈਂ ਮੁੱਖ ਵਿਸ਼ਾ ਇਹ ਜਿਹੜਾ ਬਾਦਲ ਨੇ ਵਿਸ਼ਵਕਰਮਾ ਡੇ ਦੇ ਉੱਤੇ ਅੰਮ੍ਰਿਤਸਰ ਦੇ ਫੋਕਲ ਪੁਆਇੰਟ 'ਚ ਵਿਸ਼ਵਕਰਮਾ ਦੀ ਪੂਜਾ ਅਰਚਨਾ ਕਰਨ ਤੋਂ ਬਾਅਦ, ਹੁਣ ਇਹ ਸਾਰੇ ਸਵਾਲ ਹੀ ਬੜੇ ਅਹਿਮੀਅਤ ਰੱਖਦੇ ਨੇ ਕਿ ਵਿਸ਼ਵਕਰਮਾ ਅੱਜ ਪੰਜਾਬ ਦੀ ਅਕਾਲੀ ਸਰਕਾਰ ਦਾ, ਪੰਥਕ ਸਰਕਾਰ ਦਾ ਦੇਵਤਾ ਬਣ ਗਿਆ ਜੀ। ਜਿਵੇਂ ਬਾਬਾ ਸ੍ਰੀ ਚੰਦ ਇਹਨਾਂ ਦਾ ਦੇਵਤਾ ਹੈ, ਵਿਸ਼ਵਕਰਮਾ ਦੀ ਵੀ ਛੁੱਟੀ ਹੈ, ਸ੍ਰੀ ਚੰਦ ਦੀ ਵੀ ਛੁੱਟੀ ਹੈ। ਇੱਕ ਪਰਸੂਰਾਮ ਹੈ ਜਿਸ ਦੀ ਮਿਥਿਹਾਸਕ ਕਹਾਣੀ ਹੈ
ਕਿ ਉਹ ਬ੍ਰਾਹਮਣ ਸੀ, ਉਹਦੇ ਹੱਥ 'ਚ ਕੁਹਾੜੀ ਫੜੀ ਹੋਈ ਹੈ, ਉਹ ਕਹਿੰਦਾ ਮੈਂ ਕੋਈ ਖੱਤਰੀ ਰਹਿਣ ਨਹੀਂ ਦੇਣਾ ਜੀ ਉਹ ਵੀ ਜਿਹੜਾ ਹੈ ਉਹਨਾਂ ਦੀ ਛੁੱਟੀ ਹੁੰਦੀ ਹੈ, ਪਰਸੂਰਾਮ ਜਯੰਤੀ ਹੈ। ਜੀ ਫਿਰ ਇਹਨਾਂ ਦਾ ਜੈਨੀਆਂ ਜਾਂ ਅਗਰਵਾਲਾਂ ਦਾ ਜਿਹੜਾ ਅਗਰਸੈਨ ਹੈ ਉਹ ਵੀ ਹੁਣ ਇੱਕ ਦੇਵਤਾ ਬਣ ਗਿਆ ਜੀ ਔਰ ਬਾਦਲ ਨੇ ਪੰਜਾਬ ਦੇ ਵਿੱਚ ਗਊਸ਼ਾਲਾਵਾਂ ਦੇ ਲਈ ਖੁੱਲੀ ਜ਼ਮੀਨ ਹਰ ਥਾਂ ਦਿੱਤੀ ਹੈ ਜੀ ਔਰ ਹੁਣ ਤਾਂ ਉਹਨੇ ਅੱਜ ਇਹ ਵੀ ਨਾਲ ਕਿਤੇ ਬਿਆਨ ਦਿੱਤਾ ਹੈ ਕਿ ਜਿਹਦੇ ਕੋਲੋਂ ਕਿਤੇ 1 ਕਿਲੋ ਵੀ ਗਊ ਮਾਸ ਬਰਾਮਦ ਹੋ ਗਿਆ ਤੇ ਇਹ ਸਮਝੋ ਕਿ ਉਸ ਦੀ 10 ਸਾਲ ਦੀ ਕੈਦ ਤੇ ਪਤਾ ਨਹੀਂ ਕਿੰਨਾ ਜੁਰਮਾਨਾ ਹੋਏਗਾ। ਜੀ ਤੇ ਇੱਕ ਪੱਤਰਕਾਰ ਦੀ ਅੱਜ ਦੁਪਹਿਰੇ ਕਾਲ ਸੀ, ਗੱਲਬਾਤ ਹੋ ਰਹੀ ਸੀ, ਉਹ ਮੈਨੂੰ ਕਹਿਣ ਲੱਗਾ ਜੀ ਹੁਣ ਪੁਲਿਸ ਵਾਲਿਆਂ ਨੂੰ ਜਿਹੜਾ ਹੈ ਉਹ ਡੋਡੇ ਤੇ ਫੀਮ ਤੇ ਨਕਲੀ ਪਿਸਤੌਲ ਕਿਸੇ ਤੇ ਪਾਉਣ ਦੀ ਲੋੜ ਨਹੀਂ, ਜੀ ਉਹ ਕਿਲੋ ਮੀਟ ਰੱਖ ਦੇਣ, ਉਹ ਕਹੇ ਜੀ ਉਹ ਭਾਵੇਂ ਕਹੀ ਜਾਏ ਕਹਿਣ ਵਾਲਾ ਜੀ ਇਹ ਤਾਂ ਬੱਕਰੇ ਦਾ ਮੈਂ ਲੈ ਕੇ ਆਇਆ ਝਟਕਈ ਤੋਂ, ਜੀ ਉਹ ਕਹਿਣਗੇ ਜੀ ਨਹੀਂ ਇਹ ਤਾਂ ਗਊ ਦਾ ਹੈਗਾ, ਵੀ ਜਾ ਕੇ ਜੱਜ ਨੂੰ ਦੱਸੀ, ਹੁਣ ਜੱਜ ਸੂੰਘ ਕੇ ਦੱਸੇਗਾ ਵੀ ਕਿਹੜਾ ਬੱਕਰੇ ਦਾ ਤੇ ਕਿਹੜਾ ਗਊ ਦਾ। ਜੀ ਸੋ ਇੱਕ ਪਾਸੇ ਤਾਂ ਇਹ ਟ੍ਰੈਂਡ ਇਧਰ ਨੂੰ ਤੁਰਿਆ ਹੋਇਆ, ਪਰ ਇਹ ਜਿਹੜਾ ਬਾਦਲ ਦਾ ਇਸ ਕਿਸਮ ਦਾ ਐਲਾਨ ਹੈ ਇਹ ਬੜਾ ਖਤਰਨਾਕ ਐਲਾਨ ਹੈ। ਔਰ ਮੈਂ ਲਿਖਤ ਵੇਲੇ ਮੈਂ ਸੋਚਿਆ ਭਾਈ ਗੁਰਦਾਸ ਜੀ ਦੀ ਇੱਕ ਵਾਰ ਜਾਂ ਇੱਕ ਕਵਿਤ ਮੇਰੇ ਜ਼ਿਹਨ 'ਚ ਸੀ ਕਿ ਜੇ ਮਾਂ ਪੁੱਤਰ ਨੂੰ ਜ਼ਹਿਰ ਦੇਣ ਤੇ ਆ ਜਾਏ ਤੇ ਉਹਨੂੰ ਕੌਣ ਬਚਾ ਸਕਦਾ। ਜੀ ਜੀ ਜੇ ਪਹਿਰੇਦਾਰ ਘਰ ਨੂੰ ਲੁੱਟਣ ਤੇ ਆ ਜਾਏ ਤਾਂ ਉਸ ਘਰ ਨੂੰ ਕੌਣ ਬਚਾ ਸਕਦਾ। ਜੀ ਬਿਲਕੁਲ। ਜੇ ਵਾੜ ਖੇਤ ਨੂੰ ਖਾਣ ਤੇ ਆ ਜਾਏ ਤੇ ਉਸ ਖੇਤ ਨੂੰ ਕੌਣ ਬਚਾ ਸਕਦਾ। ਜੀ ਜੀ ਦੁਨੀਆ ਤੋਂ ਭੱਜ ਕੇ ਧਰਮਸਾਲ ਜਾਈਦਾ, ਗੁਰਦੁਆਰੇ ਜਾਈਦਾ ਅਧਿਆਤਮ ਦੇ ਲਈ, ਤੁਸੀਂ ਸ਼ਾਂਤੀ ਦੇ ਲਈ, ਜੇ ਉੱਥੇ ਲਾਲਚ ਆਵੜੇ ਤੇ ਉਸ ਨੂੰ ਕੌਣ ਬਚਾ ਸਕਦਾ। ਫਿਰ ਉਹ ਕਿੱਥੇ ਜਾਏਗਾ ਕੋਈ ਅਧਿਆਤਮ ਦਾ ਪਾਂਧੀ। ਔਰ ਇਸੇ ਤਰ੍ਹਾਂ ਜਿਹੜਾ ਰਹਿਬਰ ਹੈ, ਆਗੂ ਹੈ, ਜਿਹੜਾ ਕਾਫਲੇ ਦਾ ਸਰਦਾਰ ਹੈ, ਜੇ ਉਹੀ ਮਿਥਲੇ ਕਿ ਮੈਂ ਕਾਫਲੇ ਨੂੰ ਉਜੜ ਪਾਉਣਾ, ਉਹਨੂੰ ਸ਼ਾਹ ਰਾਹ ਤੇ ਨਹੀਂ ਖੜਨਾ, ਉਹਨੂੰ ਜੰਗਲ ਦੇ ਵਿੱਚ ਕਰਕੇ ਡਾਕੂਆਂ ਤੋਂ ਲੁਟਵਾਉਣਾ ਜੀ, ਤੇ ਉਸ ਕਾਫਲੇ ਨੂੰ ਫਿਰ ਕੌਣ ਬਚਾ ਸਕੇਗਾ। ਔਰ ਇਸ ਮਾਮਲੇ 'ਚ ਤਾਂ ਇਹ ਪੰਜੋ ਹੀ ਚੀਜ਼ਾਂ ਬਾਦਲ ਦੇ ਵਿੱਚ ਇਕੱਠੀਆਂ ਹੋ ਗਈਆਂ। ਉਹਨੇ ਮਿਥ ਲਿਆ ਕਿ ਮੈਂ ਸਿੱਖ ਧਰਮ ਦਾ ਨਾਮੋ ਨਿਸ਼ਾਨ ਮਿਟਾ ਦੇਣਾ ਪੰਜਾਬ 'ਚੋਂ, ਇਸ ਦਾ ਬਿਲਕੁਲ ਹਿੰਦੂਕਰਨ ਕਰ ਦੇਣਾ, ਇਸ ਨੂੰ ਸਨਾਤਨੀ ਹਿੰਦੂ ਸਮੁੰਦਰ 'ਚ ਡੋਬ ਦੇਣਾ। ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਬਿਠਾਉਣ ਲਈ ਸਭ ਤੋਂ ਪਹਿਲਾਂ ਐਂਡੋਰਸ ਕਰਨ ਵਾਲਾ ਇਹ, ਬੀਜੇਪੀ ਨੂੰ ਬਿਨਾਂ ਸ਼ਰਤ ਹਮਾਇਤ ਦੇਣ ਵਾਲਾ ਇਹ। ਹੁਣ ਇੱਕ ਪਾਸੇ ਬੀਜੇਪੀ ਜਾਂ ਆਰਐਸਐਸ ਇਹ ਕਹਿੰਦੀ ਹੈ ਜੀ ਸਾਡਾ ਹਿੰਦੂਤਵਾ ਜਿਹੜਾ ਉਹ ਬਾਈਂਡਿੰਗ ਫੋਰਸ ਹੈ, ਲੇਕਿਨ ਉਹਨੂੰ ਮਹਾਰਾਸ਼ਟਰ ਦਾ ਮਰਾਠਾ ਤੋੜ ਦਿੰਦਾ ਹੈ। ਜਦੋਂ ਕਿ ਸ਼ਿਵ ਸੈਨਾ ਹੋਏ, ਨਵ ਨਿਰਮਾਣ ਸੈਨਾ ਹੋਏ, ਉਹ ਮਹਾਰਾਸ਼ਟਰ ਚੋਂ ਯੂਪੀ ਤੇ ਬਿਹਾਰ ਦੇ ਭਈਆਂ ਨੂੰ ਭਜਾਉਂਦੇ ਨੇ ਹਮਲੇ ਕਰਕੇ, ਇਹ ਕਹਿ ਕੇ ਕਿ ਇਹ ਇੱਥੇ ਮਰਾਠਿਆਂ ਦੇ ਹੱਕ ਸੁਰੱਖਿਅਤ ਹੋਣੇ ਚਾਹੀਦੇ ਨੇ। ਉਹਨਾਂ ਦੇ ਸਾਹਮਣੇ ਕੋਈ ਹਿੰਦੂਤਵਾ ਨਹੀਂ ਰਹਿੰਦਾ, ਉਹ ਆਪਣੇ ਕਲਚਰ, ਆਪਣੀ ਬੋਲੀ, ਆਪਣੇ ਲੋਕਾਂ ਦੇ ਆਰਥਿਕ ਹਿੱਤਾਂ ਨੂੰ ਸੁਰੱਖਿਅਤ ਕਰਨਾ ਚਾਹੁੰਦੇ ਨੇ। ਜੀ ਤੇਲੰਗਾਨਾ ਸੂਬੇ ਦੇ ਲੋਕ ਤੇਲਗੂ ਜ਼ਬਾਨ ਬੋਲਦੇ ਨੇ, ਆਂਧਰਾ ਪ੍ਰਦੇਸ਼ ਦਾ ਹਿੱਸਾ ਨੇ, ਕਨਾਡਾ ਮੂਲ ਦੇ ਨੇ, ਦਰਾਵੜ ਮੂਲ ਦੇ, ਜੀ, ਪਰ ਉਹਨਾਂ ਨੇ ਅੱਡ ਸੂਬਾ ਬਣਾਇਆ ਇਸ ਲਈ ਕਿ ਉਹਨਾਂ ਨੂੰ ਇਹ ਲੱਗਦਾ ਸੀ ਕਿ ਉਹਨਾਂ ਦੇ ਆਰਥਿਕ ਹਿੱਤ ਸੁਰੱਖਿਅਤ ਨਹੀਂ ਨੇ। ਦੂਸਰਾ ਕੋਸਟਲ ਰੀਜਨ ਹੈ ਜਾਂ ਮੇਨ ਸਟ੍ਰੀਮ ਆਂਧਰਾ ਹੈ, ਉਹ ਉਹਨਾਂ ਦੇ ਹੱਕਾਂ ਨੂੰ ਜਿਹੜਾ ਉਹ ਖੋਹ ਲੈਂਦਾ। ਜੀ ਹੁਣ ਇਸੇ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਇੱਕ ਪਾਸੇ ਹਿੰਦੁਸਤਾਨ ਦੇ ਦੂਸਰੇ ਸੂਬਿਆਂ ਦੇ ਵਿੱਚ ਉਹ ਉੱਤਰਾਖੰਡ ਹੋਏ, ਰਾਜਸਥਾਨ ਹੋਏ, ਹਿਮਾਚਲ ਹੋਏ, ਉਹਨਾਂ ਨੇ ਸਟੇਟ ਡੋਮਿਸਾਈਲ ਲਾਅ ਬਣਾਏ ਨੇ ਕਿ ਕੋਈ ਨੌਨ ਹਿਮਾਚਲੀ, ਨੌਨ ਰਾਜਸਥਾਨੀ, ਨੌਨ ਉੱਤਰਾਖੰਡੀ ਜ਼ਮੀਨ ਨਹੀਂ ਖਰੀਦ ਸਕਦਾ। ਜੀ ਗੁਜਰਾਤ 'ਚ 50 ਸਾਲਾਂ ਤੋਂ ਸਿੱਖ ਕਿਸਾਨ ਵਸੇ ਹੋਏ ਨੇ। ਗੁਜਰਾਤ ਸਰਕਾਰ ਕੋਈ ਬਿਲਕੁਲ ਘਿਸੇ ਪਿੱਟੇ ਬੰਬੇ ਟੈਨੈਂਸੀ ਐਕਟ ਦੇ ਥੱਲੇ 50 ਸਾਲ ਬਾਅਦ ਉਹਨਾਂ 'ਚੋਂ ਦੀਆਂ ਜ਼ਮੀਨਾਂ ਤੋਂ ਭੂ ਮਾਫੀਆ ਨੂੰ ਅੱਗੇ ਕਰਕੇ ਕੱਢ ਰਹੇ। ਜੀ ਹੁਣ ਇੱਧਰ ਇਹ ਸਿੱਖਾਂ ਦਾ ਕਾਤਲ, ਸਿੱਖ ਸੱਭਿਅਤਾ ਦਾ ਕਾਤਲ, ਸਿੱਖ ਕੌਮ ਨੂੰ ਤਬਾਹ ਕਰਨ ਦਾ ਕੋਈ ਹਿੰਦੂ ਕਿਸੇ ਦੇਵਤੇ ਦੇ ਸਾਹਮਣੇ ਪ੍ਰਣ ਕਰ ਚੁੱਕਾ ਪ੍ਰਕਾਸ਼ ਸਿੰਘ ਬਾਦਲ ਅੰਮ੍ਰਿਤਸਰ ਦੇ ਵਿੱਚ ਖਲੋ ਕੇ ਇਹ ਗੱਲ ਕਹਿੰਦਾ ਕਿ ਜੀ ਅਸੀਂ ਹਰ ਸ਼ਹਿਰ ਦੇ ਵਿੱਚ 3000 ਘਰ ਬਣਾਵਾਂਗੇ ਪ੍ਰਵਾਸੀ ਭਈਆਂ ਨੂੰ ਦੇਣ ਦੇ ਲਈ। ਉਹਨੇ ਕਿਹਾ ਜੀ ਇਹਨਾਂ ਦੀ ਬਹੁਤ ਵੱਡੀ ਕੰਟਰੀਬਿਊਸ਼ਨ ਹੈ ਪੰਜਾਬ ਦੇ ਐਗਰੀਕਲਚਰ ਔਰ ਇੰਡਸਟਰੀ 'ਚ। 3000 ਘਰ ਹਰ ਸ਼ਹਿਰ ਵਿੱਚ ਬਣਾਵਾਂਗੇ, ਉਹਦੇ ਲਈ ਜ਼ਮੀਨ ਮੁਫਤ ਦੇਗੀ ਸਰਕਾਰ, ਘਰ ਬਣਾਉਣ ਲਈ ਉਹਨਾਂ ਨੂੰ ਮੁਫਤ ਜਿਹੜਾ ਹੈ ਉਹ ਪੈਸੇ ਦਿੱਤੇ ਜਾਣਗੇ। ਫਿਰ ਉਹ ਕਹਿੰਦੇ ਜੀ ਅਸੀਂ ਉਹਨਾਂ ਨੂੰ ਨੀਲੇ ਕਾਰਡ ਬਣਾ ਕੇ ਦਿਆਂਗੇ ਤੇ ਜਿਹੜੀ ਆਟਾ ਦਾਲ ਯੋਜਨਾ ਗਰੀਬ ਲੋਕਾਂ ਦੇ ਲਈ ਸੈਂਟਰਲ ਫੰਡਡ ਹੈ, ਉਹਦੇ 'ਚ ਵੀ ਅਸੀਂ ਇਹਨਾਂ ਪ੍ਰਵਾਸੀ ਮਜ਼ਦੂਰਾਂ ਨੂੰ ਸ਼ਾਮਲ ਕਰਾਂਗੇ। ਪ੍ਰਵਾਸੀ ਮਜ਼ਦੂਰਾਂ ਦੇ ਰਾਸ਼ਨ ਕਾਰਡ, ਵੋਟਰ ਕਾਰਡ ਤੇ ਆਧਾਰ ਕਾਰਡ
ਉਹਨਾਂ ਦੀਆਂ ਬਸਤੀਆਂ ਵਿੱਚ ਜਾ ਕੇ ਕੈਂਪ ਲਾ ਕੇ ਬਣਾਵਾਂਗੇ। ਜੀ ਹੁਣ ਇਹਦਾ ਮਤਲਬ ਸਿੱਧੀ ਸਿੱਧਾ ਇਹ ਹੈ ਕਿ ਆਉਣ ਵਾਲੀ ਸੈਂਸਸ ਜਿਹੜੀ ਹੋਣੀ ਹੈ 10 ਸਾਲ ਬਾਅਦ ਸੈਂਸਸ ਹੁੰਦੀ ਹੈ ਜੀ ਪੰਜਾਬ ਦੀ ਹਰ ਕੰਸਟੀਚੁਐਂਸੀ ਦੇ ਵਿੱਚ 3000 ਰੁਪਈਆਂ ਦਾ ਘਰ, ਉਹਨਾਂ ਦਾ ਰਾਸ਼ਨ ਕਾਰਡ ਤੇ ਇੱਕ ਇੱਕ ਭਈਏ ਦੇ 8-8 10-10 ਨਿਆਣੇ। ਜੀ ਉਹਦੇ ਤੋਂ ਤੁਸੀਂ ਅੰਦਾਜ਼ਾ ਲਾ ਲਓ ਵੀ ਸ਼ਾਇਦ 10 ਸਾਲ ਵੀ ਹੋਰ ਨਹੀਂ ਲੱਗਣਗੇ। ਇਹੀ ਅਕਾਲੀ ਦਲ ਹੈ ਜਿਹਦਾ ਮੈਨੀਫੈਸਟੋ ਹੈ, ਜਿਸ ਦੇ ਪ੍ਰੋਗਰਾਮ 'ਚ ਸ਼ਾਮਲ ਕੀਤਾ ਹੋਇਆ ਸੀ ਕਿ ਵੋਟਿੰਗ ਰਾਈਟ ਦੋ ਥਾਂ ਤੇ ਨਹੀਂ ਹੋ ਸਕਦੇ, ਵੋਟਿੰਗ ਰਾਈਟ ਮਤ ਦਿਓ, ਕੰਮ ਕਰਨ ਔਰ ਵਾਪਸ ਜਾਣ। ਜੀ ਇਹੀ ਬਾਦਲ ਹੈ ਜਿਹੜਾ ਭਾਰਤ ਦੇ ਸੰਵਿਧਾਨ ਦੀ ਆਰਟੀਕਲ 25 ਨੂੰ, ਜਿਹੜਾ ਧਾਰਾ 25 ਆ, ਉਹਨੂੰ ਫਾੜਦਾ ਹੈ ਕਿ ਇਹ ਕਹਿ ਕੇ ਕਿ ਜੀ ਅਸੀਂ ਇਹਨਾਂ ਦੇ ਨਾਲ ਨਹੀਂ ਰਹਿਣਾ ਹੈ, ਇਹ ਸਾਡਾ ਸੰਵਿਧਾਨ ਸਾਡੇ ਨਾਲ ਇਨਸਾਫ ਨਹੀਂ ਕਰਦਾ। ਜੀ ਇਹੀ ਬਾਦਲ ਹੈ ਜਿਹੜਾ ਜੂਨ 84 ਦੇ ਘੱਲੂਘਾਰੇ ਵੇਲੇ ਜਿਹੜਾ ਇਹ ਕਾਲ ਦਿੰਦਾ ਸਿੱਖਾਂ ਨੂੰ ਕਿ ਨੌਕਰੀਆਂ ਛੱਡ ਦਿਓ, ਫੌਜ ਬੈਰਕਾਂ 'ਚੋਂ ਆ ਜਾਏ, BBC ਦੇ ਉੱਤੇ ਇੰਟਰਵਿਊ ਦੇ ਰਿਹਾ। ਹੁਣ ਇਸ ਪੰਜਾਬ ਦੇ ਵਿੱਚ, ਔਰ ਦਲ ਖਾਲਸਾ ਨੇ ਇੱਕ ਬੜਾ ਅਹਿਮ ਨੁਕਤਾ ਉਠਾਇਆ ਕਿ ਪੰਜਾਬ ਦੇ ਵਿੱਚ ਦਲਿਤ ਆਬਾਦੀ ਲਗਭਗ 34% ਹੈ। ਸਭ ਤੋਂ ਜ਼ਿਆਦਾ ਦਲਿਤ ਭਾਰਤ ਦੇ ਸਾਰੇ ਸੂਬਿਆਂ 'ਚੋਂ ਪੰਜਾਬ 'ਚ ਨੇ। ਹੁਣ ਜਿਹੜੀਆਂ ਸਹੂਲਤਾਂ ਦਲਿਤ ਵਰਗ, ਗਰੀਬ ਵਰਗ ਹੈ ਪੰਜਾਬ ਦਾ ਵੀ, ਜੀ ਜਿਹੜਾ ਉਹਨਾਂ ਨੂੰ ਵੀ ਨਹੀਂ ਦਿੱਤੀਆਂ ਗਈਆਂ ਵੀ ਜੇ ਤੁਸੀਂ ਮੁਫਤ ਘਰ ਦੇਣੇ ਨੇ ਜਿਹੜੇ ਤੁਹਾਡੇ ਪੰਜਾਬ ਦੇ ਵਾਸੀ ਨੇ ਸਦੀਆਂ ਤੋਂ, ਜੀ ਜੀ ਜੇ ਤੁਹਾਡੀ ਸਰਕਾਰ ਕੋਲ ਇੰਨੇ ਪੈਸੇ ਆ ਗਏ ਨੇ ਕਿ ਵੀ ਤੁਸੀਂ ਉਹ ਦੇਣੇ ਨੇ ਤੇ ਸਭ ਤੋਂ ਪਹਿਲੇ ਹੱਕਦਾਰ ਉਹ ਨੇ। ਪਰ ਇਹਦੇ ਉਲਟ ਤੁਸੀਂ ਯੂਪੀ ਬਿਹਾਰ ਦਾ ਜਿਹੜਾ ਭਈਆ ਉਹਨੂੰ ਪੰਜਾਬ ਦੇ ਵਿੱਚ ਲਿਆ ਰਹੇ ਹੋ, ਔਰ ਇਹ ਬਿਲਕੁਲ ਉਹੀ ਨੀਤੀ ਹੈ ਵੀ ਆਲਰੇਡੀ ਇਹੀ ਮੰਗ ਕਾਂਗਰਸ ਤੇ ਬੀਜੇਪੀ ਕਰਦੀ ਸੀ। ਅਕਾਲੀ ਦਲ ਹੁਣ ਉਸ ਕੈਂਪ ਦੇ ਵਿੱਚ ਸ਼ਾਮਲ ਹੋ ਗਏ। ਜਿਵੇਂ ਰਸ਼ੀਆ ਨੇ ਜਦੋਂ ਬਾਲਟਿਕ ਸਟੇਟਾਂ, ਲਿਥੁਆਨੀਆ, ਲਾਤਵੀਆ, ਐਸਟੋਨੀਆ, ਇਹਨਾਂ ਦੇ ਉੱਤੇ ਕੰਟਰੋਲ ਕੀਤਾ ਸਟਾਲਿਨ ਦੇ ਜ਼ਮਾਨੇ 'ਚ 1938-39 'ਚ ਇੱਕ ਪੈਕਟ ਦੇ ਥੱਲੇ, ਜੀ ਔਰ ਸਭ ਤੋਂ ਪਹਿਲਾ ਕੰਮ ਉਹਨਾਂ ਨੇ ਕੀਤਾ ਕਿ ਉੱਥੇ ਲਿਆ ਕੇ ਰੂਸੀਆਂ ਨੂੰ ਆਬਾਦ ਕੀਤਾ। ਜਦੋਂ ਤੱਕ ਇਹ ਵਿਚਾਰੇ ਮੁਲਕ ਆਜ਼ਾਦ ਹੋਏ ਉਹਨਾਂ ਦੇ ਬਹੁਤ ਸਾਰੇ ਲੋਕ ਮਾਰ ਦਿੱਤੇ। ਹੁਣ 2-2 ਮਿਲੀਅਨ, 2.5 ਮਿਲੀਅਨ, 1.5 ਮਿਲੀਅਨ ਇੰਨੀ ਕੁ ਆਬਾਦੀ ਰਹਿ ਗਈ। ਬਹੁਤੇ ਮਾਰ ਦਿੱਤੇ, ਕੱਢ ਦਿੱਤੇ, ਰੂਸੀ ਲਿਆ ਕੇ ਉੱਥੇ ਬਿਠਾ ਦਿੱਤੇ। ਜੀ ਇਹੀ ਕੰਮ ਅੱਜ ਚੀਨ ਕਰ ਰਿਹਾ। ਤਿੱਬਤ ਦੇ ਵਿੱਚ ਉਹਨਾਂ ਨੇ ਚੀਨੀ ਵਸਾ ਕੇ ਉਹਨਾਂ ਦੀ ਆਬਾਦੀ ਘਟਾ ਦਿੱਤੀ ਹੈ। ਚੀਨ ਦਾ ਇੱਕ ਪ੍ਰੋਵਿੰਸ ਸਿੰਗਕਿਆਂਗ ਹੈ ਜਿਹੜਾ ਕਦੇ ਮੁਸਲਿਮ ਮੈਜੋਰਟੀ ਪ੍ਰੋਵਿੰਸ ਹੁੰਦਾ ਸੀ, ਅੱਜ ਘੱਟ ਗਿਣਤੀ 'ਚ ਉਹ ਚੀਨੀਆਂ ਨੂੰ ਲਿਆ ਕੇ ਵਸਾ ਰਹੇ ਨੇ ਉੱਥੇ। ਜੀ ਸੋ ਇਹ ਜਿਹੜਾ ਸਟੈਪ ਹੈ, ਔਰ ਹੈਰਾਨੀ ਇਸ ਗੱਲ ਦੀ ਹੈ ਕਿ ਕੋਈ ਪੰਜਾਬ ਦੇ ਵਿੱਚ ਕੀ ਹੋ ਗਿਆ ਸਿੱਖਾਂ ਨੂੰ। 30 ਮਿਲੀਅਨ ਸਿੱਖ ਕੌਮ ਹੈ, ਸਾਡਾ ਹੋਮਲੈਂਡ ਹੈ, ਬਰਬਾਦੀ ਵੱਲ ਲਿਜਾਇਆ ਜਾ ਰਿਹਾ। ਇਹ ਤਾਂ ਉਹ ਭਈਆਸਤਾਨ ਬਣਾਉਣ ਦੀ ਲਾਈਨ ਹੈ, ਔਰ ਭਈਆਸਤਾਨ ਬਣਨ 'ਚ ਕੋਈ ਬਹੁਤਾ ਵਕਤ ਨਹੀਂ ਲੱਗਣਾ। ਹੈ ਜਿਹੜੀ ਸਕੀਮ ਹੈ ਜਿਸ ਦੇ ਤਹਿਤ ਬਾਦਲ ਨੇ ਇਸ ਕਿਸਮ ਦੀ ਲਾਈਨ ਲਈ ਹੈ, ਸੋ ਮੈਂ ਸਮਝਦਾ ਹਾਂ ਵੀ ਅਸੀਂ ਟੋਟਲ ਬਰਬਾਦੀ ਵੱਲ ਜਾ ਰਹੇ। ਇਹ ਇੱਕ ਬਹੁਤ ਅਫਸੋਸ ਦੀ ਗੱਲ ਹੈ, ਔਰ ਅਸੀਂ ਬਾਰ-ਬਾਰ ਇਸ ਇਸ਼ੂ ਦੇ ਉੱਤੇ ਜਿਹੜਾ ਹਾਈਲਾਈਟ ਕਰਦੇ ਹਾਂ ਕਿ ਇਹ ਬਾਦਲ ਹਿੰਦੂਤਵੀ ਏਜੰਸੀਆਂ ਦੇ ਏਜੰਡੇ ਨੂੰ ਇੰਪਲੀਮੈਂਟ ਕਰ ਰਿਹਾ, ਔਰ ਇਸ ਤੋਂ ਖਹਿੜਾ ਛਡਾਉਣ ਦੀ ਲੋੜ ਹੈ, ਇਹਨੂੰ ਬੇਨਕਾਬ ਕਰਨ ਦੀ ਲੋੜ ਹੈ। ਅਦਰਵਾਈਜ਼ ਪੰਜਾਬ ਜਿਹੜਾ ਹੈ ਉਹ ਇੱਕ ਪੰਜਾਬ ਸਟੇਟ ਹੁੰਦਾ ਸੀ, ਜਿਵੇਂ ਇੱਕ ਕਹਾਣੀ ਹੁੰਦੀ ਹੈ ਵੀ ਇੱਕ ਸੀ ਰਾਜਾ, ਇੱਕ ਸੀ ਰਾਣੀ, ਕਿ ਉੱਥੇ ਕਦੇ ਸਿੱਖ ਰਹਿੰਦੇ ਸੀ ਤੇ ਉਹ ਕਦੇ ਸਿੱਖਾਂ ਦਾ ਹੋਮਲੈਂਡ ਸੀ। ਇਹ ਬਾਹਰਲੇ ਸਿੱਖ ਆਪਣੀਆਂ ਬੱਚਿਆਂ ਨੂੰ ਕਹਾਣੀਆਂ ਸੁਣਾਉਣਗੇ, ਉੱਥੇ ਤਾਂ ਸੁਣਨ ਵਾਲਾ ਵੀ ਕੋਈ ਨਹੀਂ ਰਹਿਣਾ। ਜੀ ਜੀ ਸੋ ਇਹ ਇੱਕ ਬਹੁਤ ਕੰਡੈਮਨੇਬਲ ਐਕਟ ਉਹਨੇ ਕੀਤੇ, ਔਰ ਇਸ ਬਾਰੇ ਸਿੱਖ ਕੌਮ ਨੂੰ ਇੱਕ ਜਿਹੜੀ ਹੈ ਕੰਸੈਂਸਸ ਬਿਲਡ ਕਰਕੇ ਇੱਕ ਪੂਰੀ ਜਿਹੜੀ ਹੈ ਸਟਰਗਲ ਵਿੱਢਣੀ ਚਾਹੀਦੀ। ਜੀ ਬਿਲਕੁਲ ਡਾਕਟਰ ਸਾਹਿਬ, ਹੁਣ ਲੈਣੇ ਇੱਥੇ ਬ੍ਰੇਕ। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।